ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਭਾਦੋ ਦੀ ਸੰਗਰਾਂਦ 16 ਅਗਸਤ 2020 ਦਾ ਇਹ ਸਮਾਂ। ਆਓ ਰਾਗ ਮਾਝ ਦੇ ਵਿੱਚ ਪੰਚਮ ਪਿਤਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਉਚਾਰੀ ਬਾਣੀ ਦੇ ਇਸ ਬੰਦ ਤੇ ਵਿਚਾਰ ਕਰੀਏ। ਸਾਸ ਸਾਸ ਨ ਘੜੀ ਵਿਸਰੈ, ਪਲ ਮੂਰਤ ਦਿਨ ਰਾਤੇ, ਨਾਨਕ ਸਾਰੰਗ ਜਿਉ ਪਿਆਸੇ, ਕਿਉ ਮਿਲੀਐ ਪ੍ਰਭ ਦਾਤੇ। ਅਰਦਾਸ ਹੈ ਸਾਹਿਬਾਂ ਦੇ ਚਰਨਾਂ ਵਿੱਚ ਕਿ ਤੇਰੇ ਦਰ 'ਤੇ ਆਉਣ ਦਾ ਤਰੀਕਾ ਦੱਸ, ਕਿਸ ਤਰ੍ਹਾਂ ਤੇਰੀ ਸੋਝੀ ਪਵੇ। ਆਪ ਜੀ ਦੇ ਦੱਸੇ ਤਰੀਕੇ ਗੁਰਬਾਣੀ ਵਿਚਾਰ ਰਾਹੀਂ ਆਪ ਜੀ ਦੇ ਦਰ ਪਹੁੰਚਣ ਦਾ ਇਹ ਉਪਰਾਲਾ ਕਰ ਰਹੇ ਹਾਂ। ਗੁਰੂ ਸਾਹਿਬ 12 ਮਾਹ ਦੀ ਇਸ ਬਾਣੀ ਵਿੱਚ ਮੌਸਮ ਦੇ ਵਿਹਾਰ ਦਾ ਪ੍ਰਭਾਵ ਜੋ ਵਿਅਕਤੀ ਦੇ ਸਰੀਰ ਅਤੇ ਮਾਨਸਿਕ ਅਵਸਥਾ 'ਤੇ ਉਤਾਰ ਚੜ੍ਹਾਵ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ, ਗੁਰੂ ਸਾਹਿਬ ਉਸ ਨੂੰ ਉਦਾਹਰਣ ਵਜੋਂ ਵਰਤ ਕੇ ਪ੍ਰਭੂ ਪ੍ਰੇਮ ਦੇ ਬੀਜ ਬੀਜਣ ਲਈ ਪ੍ਰੇਰਿਤ ਕਰ ਰਹੇ ਹਨ। ਕਿਸਾਨ ਜੋ ਸਾਵਣ ਦੇ ਮਹੀਨੇ ਵਿੱਚ ਬੀਜ ਬੀਜਦਾ ਹੈ, ਉਹ ਬੀਜ ਚੰਗੀ ਤਰ੍ਹਾਂ ਉਗਰ ਕੇ ਭਾਦੋਂ ਦੇ ਮਹੀਨੇ ਵਿੱਚ ਦਿਸਦਾ ਹੈ, ਜਿਸ ਤੋਂ ਕਿਸਾਨ ਦੇ ਸੁਖੀ ਜੀਵਨ ਦੀ ਆਸ ਬੱਝਦੀ ਹੈ। ਪਰ ਜਿਸ ਕਿਸਾਨ ਨੇ ਚੰਗਾ ਬੀਜ ਹੀ ਨਹੀਂ ਪਾਇਆ ਜਾਂ ਬਰਖਾ ਰਿਤੂ ਸੰਭਾਲੀ ਹੀ ਨਹੀਂ, ਉਸ ਦੀ ਅਵਸਥਾ ਅਤੇ ਇਸੇ ਤਰ੍ਹਾਂ ਜੋ ਇਸਤਰੀ ਆਪਣੇ ਬਰਖਾ ਰਿਤੂ ਵਰਗੇ ਜਵਾਨੀ ਦੇ ਜੀਵਨ ਵਿੱਚ ਪਤੀ ਦੀ ਸੰਭਾਲ ਨਹੀਂ ਕਰਦੀ, ਹੋਰ ਹੀ ਕੰਮਾਂ ਵਿੱਚ ਲੱਗੀ ਰਹਿੰਦੀ ਹੈ, ਉਸ ਦੀ ਇਸ ਅਵਸਥਾ ਅਤੇ ਜੋ ਪ੍ਰਾਣੀ ਬੁਰੇ ਕੰਮਾਂ ਵਿੱਚ ਲੱਗਾ ਰਹਿੰਦਾ ਹੈ, ਉਸ ਦੇ ਬੁਰੇ ਕੰਮਾਂ ਦੇ ਨਿੱਜੀ ਦੁੱਖ ਦੇਣ ਵਾਲੇ ਨਤੀਜਿਆਂ ਦੇ ਉਦਾਹਰਣ ਦੇ ਕੇ ਪ੍ਰਭੂ ਦੀ ਸਿੱਖਿਆ ਦੇ ਧਾਰਨੀ ਹੋਣ ਦੀ ਪ੍ਰੇਰਨਾ ਗੁਰੂ ਸਾਹਿਬ 12 ਮਾਹ ਦੇ ਇਸ ਬੰਦ ਰਾਹੀਂ ਸਾਨੂੰ ਦੇ ਰਹੇ ਹਨ। ਗੁਰੂ ਸਾਹਿਬ ਇੱਕੋ ਵੇਲੇ ਹੀ ਬਹੁਆਯਾਮੀ ਸਿੱਖਿਆ ਦਿੰਦੇ ਹੋਏ ਇੱਕ ਪਾਸੇ ਵਿਅਕਤੀ ਦਾ ਚਰਿੱਤਰ ਉੱਚਾ ਚੁੱਕ ਰਹੇ ਹਨ, ਦੂਜੇ ਪਾਸੇ ਪ੍ਰਭੂ ਮਿਲਾਪ ਦਾ ਰਾਹ ਖੋਲ੍ਹ ਰਹੇ ਹਨ ਅਤੇ ਪ੍ਰਭੂ ਤੋਂ ਵਿਛੜਿਆਂ ਦੇ ਜੋ ਹਾਲ ਹਨ ਉਹ ਵੀ ਨਾਲ ਨਾਲ ਸਾਨੂੰ ਸਮਝਾ ਰਹੇ ਹਨ। ਗੁਰੂ ਅਰਜਨ ਦੇਵ ਜੀ ਰਾਗ ਮਾਝ ਦੀ 12 ਮਾਹ ਦੀ ਇਸ ਬਾਣੀ ਦੇ 7ਵੇਂ ਪਦ ਵਿੱਚ ਭਾਦੋਂ ਮਹੀਨੇ ਦੇ ਘਰ ਵਿੱਚ ਆ ਕਰਕੇ ਸਰਬ ਸ਼ਕਤੀਮਾਨ ਪ੍ਰਭੂ ਦੇ ਲੜ ਲੱਗਣ ਦਾ ਇਹ ਸਰਬਕਾਲਿਕ ਸੰਦੇਸ਼ ਦੇ ਰਹੇ ਹਨ ਅਤੇ ਤਾੜਨਾ ਵੀ ਕਰ ਰਹੇ ਹਨ ਕਿ ਪ੍ਰਭੂ ਤੋਂ ਇਲਾਵਾ ਹੋਰ ਕਿਸੇ ਦੇ ਲੜ ਲੱਗ ਕੇ ਖੁਆਰ ਹੀ ਹੋਣਾ ਪੈਣਾ ਹੈ। ਜੋ ਪ੍ਰਾਣੀ ਪ੍ਰਭੂ ਦੀ ਸ਼ਰਨ ਵਿੱਚ ਆ ਜਾਂਦਾ ਹੈ, ਭਾਵ ਗੁਰੂ ਦੀ ਸਿੱਖਿਆ ਆਪਣੇ ਆਚਾਰ ਵਿਹਾਰ ਵਿੱਚ ਲੈ ਆਉਂਦਾ ਹੈ, ਉਸ ਨੂੰ ਔਕੜਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਸੋ ਹੇ ਪ੍ਰਾਣੀ, ਤੂੰ ਗੁਰੂ ਦੀ ਸਿੱਖਿਆ ਦਾ ਧਾਰਨੀ ਹੋ, ਤੈਨੂੰ ਨਰਕ ਦਾ ਭਾਵ ਦੁੱਖਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਭਾਦੋਏ ਭਰਮ ਭੁਲਾਣੀਆਂ, ਦੂਜੇ ਲੱਗਾ ਹੇਤ, ਲੱਖ ਸ਼ਿੰਗਾਰ ਬਣਾਇਆ, ਕਾਰਜ ਨਾਹੀ ਕੇਤ। ਇਸ ਬੰਦੇ ਵਿੱਚ
ਗੁਰੂ ਸਾਹਿਬ ਸੰਦੇਸ਼ ਦੇ ਰਹੇ ਹਨ ਕਿ ਜੋ ਜੀਵ ਇਸਤਰੀਆਂ ਭਰਮ ਵਿੱਚ ਭੁੱਲ ਕੇ, ਧੋਖੇ ਵਿੱਚ ਆ ਕਰਕੇ, ਲਾਲਚਵਸ਼ ਹੋ ਕਰਕੇ ਪ੍ਰਭੂ ਤੋਂ ਇਲਾਵਾ ਕਿਸੇ ਹੋਰ ਨੂੰ ਸਭ ਸੁੱਖ ਦਾਤਾ ਸਮਝ ਲੈਂਦੀਆਂ ਹਨ, ਉਹਨਾਂ ਦੀ ਅਵਸਥਾ ਜੋ ਹੁੰਦੀ ਹੈ, ਗੁਰੂ ਸਾਹਿਬ ਬਿਆਨ ਕਰ ਰਹੇ ਹਨ ਕਿ ਜਿਸ ਤਰ੍ਹਾਂ ਵਿਆਹੁਤਾ ਔਰਤ ਪਤੀ ਤੋਂ ਭਿੰਨ ਦੂਜੀ ਜਗ੍ਹਾ 'ਤੇ ਟੇਕ ਰੱਖਦੀ ਹੈ, ਉਸ ਦਾ ਸਾਰਾ ਸ਼ਿੰਗਾਰ ਕਿਸੇ ਕੰਮ ਦਾ ਨਹੀਂ ਹੈ। ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ, ਉਹ ਕਿਸੇ ਕੰਮ ਦਾ ਨਹੀਂ ਹੈ ਅਤੇ ਉਹ ਦੂਜਾ ਕਦੀ ਸਭ ਸੁੱਖ ਦਾਤਾ ਹੋ ਨਹੀਂ ਸਕਦਾ। ਸੋ ਗੁਰੂ ਸਾਹਿਬ ਤਾੜਨਾ ਕਰ ਰਹੇ ਹਨ ਕਿ ਭਰਮ ਵਿੱਚ ਪੈ ਕਰਕੇ, ਪ੍ਰਭੂ ਪਤੀ ਨੂੰ ਛੱਡ ਕਰਕੇ, ਪ੍ਰਭੂ ਪਤੀ ਦੇ ਤੁਲ ਕਿਸੇ ਹੋਰ ਨੂੰ ਨਹੀਂ ਸਮਝਣਾ। ਜਿਵੇਂ ਭਾਦੋਂ ਵਿੱਚ ਬਦਲੀ ਚੜ੍ਹ ਕੇ ਆਉਂਦੀ ਹੈ, ਪਰ ਪਤਾ ਨਹੀਂ ਵਰਖਾ ਕਰੇਗੀ ਕਿ ਨਹੀਂ, ਪਰ ਭੁਲੇਖਾ ਭਾਰੀ ਬਦਲਾਂ ਵਾਲਾ ਪੈਂਦਾ ਹੈ। ਇਸੇ ਤਰ੍ਹਾਂ ਹੀ ਅਧਿਆਤਮ ਜਗਤ ਵਿੱਚ ਅਖੌਤੀ ਬਾਬੇ, ਜਿਨ੍ਹਾਂ ਦਾ ਆਚਰਣ, ਰਹਿਣ ਸਹਿਣ ਕਿਸੇ ਰੱਬ ਨਾਲੋਂ ਘੱਟ ਨਹੀਂ ਲੱਗਦਾ, ਬਹੁਤੇ ਤਾਂ ਆਪਣੇ ਆਪ ਨੂੰ ਰੱਬ ਹੀ ਕਹਿ ਰਹੇ ਹਨ, ਪਰ ਜੋ ਰੱਬ ਨਹੀਂ ਕਹਿ ਰਹੇ, ਉਹਨਾਂ ਦਾ ਉੱਠਣਾ ਬੈਠਣਾ, ਉਹਨਾਂ ਦਾ ਢੰਗ ਵੇਖ ਲਿਓ, ਉਹ ਵੀ ਆਪਣੇ ਆਪ ਨੂੰ ਕਿਸੇ ਰੱਬ ਨਾਲੋਂ ਘੱਟ ਨਹੀਂ ਸਮਝਦੇ। ਸੋ ਐਸੇ ਭਰਮ ਵਿੱਚ ਪੈ ਕਰਕੇ ਵਿਅਕਤੀ ਆਪਣਾ ਜੀਵਨ ਬਰਬਾਦ ਕਰ ਲੈਂਦਾ ਹੈ। ਗੁਰੂ ਸਾਹਿਬ ਅਸਲ ਦੀ ਪਰਖ ਦੱਸਦੇ ਹਨ ਅਤੇ ਰਾਹ 'ਤੇ ਪਾਉਂਦੇ ਹਨ ਕਿ ਹੇ ਪ੍ਰਾਣੀ, ਐਸੇ ਪ੍ਰਭੂ ਨੂੰ ਪਹਿਚਾਨ, ਉਹਦੀ ਪਹਿਚਾਨ ਕੀ ਹੈ, ਔਰ ਉਹਨੂੰ ਪਹਿਚਾਨ ਕਰਕੇ ਐਸੇ ਹੀ ਪ੍ਰਭੂ ਦੇ ਲੜ ਲੱਗ ਜਿਸ ਨੇ ਤੈਨੂੰ ਸਭ ਕੁਝ ਦਿੱਤਾ ਹੈ। ਗੁਰੂ ਸਾਹਿਬ ਬੜੀ ਸੋਹਣੀ ਪਹਿਚਾਨ ਦੱਸ ਰਹੇ ਹਨ। ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਧਾਤ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੈ ਪਵਨ ਆਖੈ ਸਭ ਜਾਏ। ਹਰ ਇੱਕ ਪ੍ਰਾਣੀ ਇਹ ਸਮਝਦਾ ਹੈ ਕਿ ਇਹ ਜਿਹੜੀ ਦਾਤਾਂ ਹੈ, ਕੰਨ, ਅੱਖ, ਨੱਕ, ਇਹ ਸਭ ਕੁਝ ਕੋਈ ਵਿਅਕਤੀ ਨਹੀਂ ਦੇ ਸਕਦਾ। ਇਹ ਤਾਂ ਕੇਵਲ ਅਤੇ ਕੇਵਲ ਪਰਮਾਤਮਾ ਹੀ ਦੇ ਸਕਦਾ ਹੈ। ਸੋ ਇੱਕ ਐਸੇ ਪ੍ਰਭੂ ਦੇ ਲੜ ਲਗਾ ਰਹੇ ਹਨ, ਔਰ ਇਸ ਤੋਂ ਇਲਾਵਾ ਜੋ ਦੂਸਰਾ ਟੇਕ ਦਾ ਆਧਾਰ ਬਣਦਾ ਹੈ, ਗੁਰੂ ਸਾਹਿਬ ਉਸ ਨੂੰ ਸਪਸ਼ਟ ਵਰਜਿਤ ਕਰ ਰਹੇ ਹਨ ਕਿ ਭਰਮ ਭੁਲਾਣਿਆ ਦੂਜੇ ਲੱਗਾ ਹੇਤ, ਤੇਰਾ ਹੇਤ ਕਿਸੇ ਹੋਰ ਪਾਸੇ ਲੱਗ ਗਿਆ, ਤੂੰ ਸਾਵਧਾਨ ਹੋ ਜਾ। 9ਵੇਂ ਜਾਮੇ ਵਿੱਚ ਵੀ ਗੁਰੂ ਸਾਹਿਬ ਇਸ ਰਮਜ ਨੂੰ ਸਮਝਾ ਰਹੇ ਹਨ। ਤਨ ਧਨ ਜਹ ਤੋ ਕੋ ਦਿਓ, ਤਾਂ ਸਿਓ ਨਿਹੋ ਨ ਕੀਨ, ਕਹੋ ਨਾਨਕ ਨਰ ਬਾਵਰੇ, ਅਬ ਕਿਉਂ ਡੋਲਤ ਦੀਨ। ਜਿਸ ਨੇ ਸਾਰਾ ਕੁਝ ਤੈਨੂੰ ਦਿੱਤਾ ਹੈ, ਉਹਦੇ ਲੜ 'ਤੇ ਲੱਗਿਆ ਨਹੀਂ। ਹੁਣ ਜਦੋਂ ਧੋਖਾ ਲੱਗਿਆ, ਗੁਰੂ ਸਾਹਿਬ ਕਹਿੰਦੇ ਹੁਣ ਕਿਉਂ ਡੋਲਦਾ ਹੈ। ਸੋ ਪ੍ਰਭੂ ਨਾਲੋਂ ਟੁੱਟੇ ਹੋਏ ਦੀ ਅਵਸਥਾ ਗੁਰੂ ਸਾਹਿਬ ਦੱਸ ਰਹੇ ਹਨ ਕਿ ਪ੍ਰਭੂ ਅਤੇ ਪ੍ਰਭੂ ਦੇ ਨਾਮ ਤੋਂ ਵਿਛੜੇ ਪ੍ਰਾਣੀ ਦੀ ਇੱਜ਼ਤ ਨਹੀਂ ਹੁੰਦੀ। ਜੈ ਤਨ ਬਾਣੀ ਵਿਸਰ ਜਾਏ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ। ਇਹ ਨਾਲ ਮੈਂ ਗੱਲ ਸਪਸ਼ਟ ਕਰਦੇ ਹਾਂ ਕਿ ਸਿੱਖ ਵਾਸਤੇ ਗੁਰੂ ਕੇਵਲ ਅਤੇ ਕੇਵਲ ਗੁਰਬਾਣੀ ਹੈ, ਔਰ ਇੱਥੇ ਗੁਰੂ ਸਾਹਿਬ ਇਹ ਗੱਲ ਦ੍ਰਿੜ ਕਰਾ ਰਹੇ ਹਨ ਕਿ ਜੈ ਤਨ ਬਾਣੀ ਵਿਸਰ ਜਾਏ, ਭਾਵ ਜਿਸ ਤੋਂ ਇਹ ਬਾਣੀ ਰੂਪੀ ਗੁਰੂ ਵਿਸਰ ਜਾਂਦਾ ਹੈ, ਉਹ ਫਿਰ ਇਸ ਤਰ੍ਹਾਂ ਤੜਫਦਾ ਹੈ ਜਿਵੇਂ ਪੱਕਾ ਰੋਗੀ, ਪੱਕੇ ਦੁੱਖਾਂ ਦਾ ਰੋਗੀ ਤੜਫਦਾ ਹੋਇਆ ਕਰਦਾ ਹੈ। ਆਓ ਦ੍ਰਿੜ ਕਰੀਏ ਕਿ ਦੇਹ ਹਾਰ ਪ੍ਰਭ ਛੋੜ ਕੇ,
ਲਾਗੈ ਆਨ ਸੋ ਆਏ, ਨਾਨਕ ਕਹੂ ਨ ਸੀਜਈ, ਬਿਨ ਨਾਵੈ ਪਤ ਜਾਏ। ਜੇ ਦੇਣਹਾਰ ਨੂੰ ਛੱਡ ਕੇ ਕਿਸੇ ਹੋਰ ਦੇ ਲੜ ਲੱਗਾਂਗੇ ਤਾਂ ਇੱਜ਼ਤ ਹੀ ਗਵਾਉਣੀ ਹੈ, ਇਸ ਤੋਂ ਇਲਾਵਾ ਹੋਰ ਕੁਝ ਨਹੀਂ ਮਿਲਣਾ। ਸੋ ਐਸੀ ਜੀਵ ਇਸਤਰੀਆਂ ਜੋ ਪ੍ਰਭੂ ਭਗਤੀ ਦਾ ਮੁੱਖ ਮੰਤਵ ਤਿਆਗ ਕੇ ਸਮਾਜ ਦੇ ਹੋਰ ਆਚਰਣਹੀਨ ਸਵਾਰਥਾਂ ਵਿੱਚ ਜਾਂ ਕੰਮਾਂ ਨੂੰ ਜਾਂ ਪਦਾਰਥਾਂ ਨੂੰ ਕਥਿਤ ਧਾਰਮਿਕ ਕਿਰਿਆਵਾਂ ਭਰਮਾਂ ਆਦਿ ਜਿਹਨੂੰ ਆਪਾਂ ਕਹਿੰਦੇ ਹਾਂ ਹੀ ਮੁੱਖ ਉਦੇਸ਼ ਬਣਾਈ ਰੱਖਦੀਆਂ ਹਨ, ਉਹ ਸੁਖੀ ਨਹੀਂ ਹੁੰਦੀਆਂ। ਅਧਿਆਤਮ ਜੀਵਨ ਵਿੱਚ ਆਚਰਣਹੀਨ ਕੰਮ ਤੋਂ ਭਾਵ ਪ੍ਰਭੂ ਦੇ ਤੁਲ ਕਿਸੇ ਵਿਅਕਤੀ ਜਾਂ ਪਦਾਰਥ ਜਾਂ ਕਰਮਕਾਂਡ ਨੂੰ ਇੱਜ਼ਤ ਦੇਣੀ, ਇਸ ਨੂੰ ਆਚਰਣਹੀਨ ਕੰਮ ਮੰਨਿਆ ਜਾਂਦਾ ਹੈ। ਗੁਰੂ ਸਾਹਿਬ ਇਸਤਰੀ ਦੇ ਆਚਰਣ ਦਾ ਆਧਾਰ ਲੈ ਕਰਕੇ ਪ੍ਰਭੂ ਨਾਲ ਪ੍ਰੇਮ ਦੀ ਸੋਝੀ ਬਖਸ਼ਦੇ ਹੋਏ ਇੱਕ ਹਲੂਣਾ ਦਿੰਦੇ ਹਨ ਕਿ ਹੇ ਜੀਵ, ਤੂੰ ਜਿਤਨੇ ਮਰਜ਼ੀ ਢੰਗ ਅਪਣਾ ਲੈ, ਚਲਾਕੀਆਂ ਕਰ ਲੈ, ਇਹ ਢੰਗ ਜਾਂ ਸ਼ਿੰਗਾਰ ਜੋ ਪ੍ਰਭੂ ਪਤੀ ਵਾਸਤੇ ਨਹੀਂ ਹਨ ਤਾਂ ਕਿਸੇ ਕੰਮ ਦੇ ਨਹੀਂ ਹਨ। ਉਸ ਨਾਲ ਜੀਵ ਇਸਤਰੀ ਨੂੰ ਸ਼ੋਭਾ ਨਹੀਂ ਮਿਲਣ ਲੱਗੀ। ਪ੍ਰਭੂ ਦੇ ਚਰਨ ਅਰਥਾਤ ਸਿੱਖਿਆ ਦੇ ਧਾਰਨੀ ਹੋ ਕੇ ਗਿਆਨ ਦਾ ਜੋ ਜਹਾਜ਼ ਹੈ, ਇਸ 'ਤੇ ਚੜ੍ਹ ਕੇ ਅਗਿਆਨ ਦੂਰ ਕਰਕੇ ਹੀ ਸੁੱਖ ਦੀ ਮੰਜ਼ਿਲ ਨੂੰ ਪਾਇਆ ਜਾ ਸਕਦਾ ਹੈ। ਅਗਲੇ ਬੰਦਾਂ ਵਿੱਚ ਗੁਰੂ ਸਾਹਿਬ ਸੰਦੇਸ਼ ਦੇ ਰਹੇ ਹਨ, ਜਿਤ ਦਿਨ ਦੇਹ ਬਿਨਸੀ, ਤਿਤ ਵੇਲੇ ਕਹਿਸਨ ਪ੍ਰੇਤ, ਪਕੜ ਚਲਾਇਨ ਦੂਤ ਜਮ, ਕਿਸੇ ਨ ਦੇਨੀ ਭੇਤ, ਛੱਡ ਖੜੋਤੇ ਖਿਨੈ ਮਾਹੇ, ਜਿਨ ਸਿਉ ਲੱਗਾ ਹੇਤ। ਗੁਰੂ ਸਾਹਿਬ ਪਰਮਾਤਮਾ ਨਾਲ ਜੋੜਨ ਲਈ ਵਿਅਕਤੀ ਨੂੰ ਇਸ ਅਵਸਥਾ ਦੀ ਵੀ ਜਾਣਕਾਰੀ ਬਖਸ਼ ਰਹੇ ਹਨ ਕਿ ਜਦੋਂ ਵਿਅਕਤੀ ਆਪਣੀ ਦੇਹ ਸਰੀਰ 'ਤੇ ਮਾਨ ਕਰਦਾ ਹੋਇਆ ਪ੍ਰਭੂ ਤੋਂ ਮੁੱਖ ਮੋੜ ਲੈਂਦਾ ਹੈ, ਜਦੋਂ ਕਿ ਇਹ ਸਰੀਰ ਸੇਵਾ ਅਤੇ ਪ੍ਰਭੂ ਭਗਤੀ ਵਾਸਤੇ ਕੰਮ ਲੈ ਕੇ ਆਉਣਾ ਸੀ ਜਾਂ ਕੰਮ ਵਿੱਚ ਲਿਆਉਣਾ ਸੀ, ਵਿਅਕਤੀ ਭੁੱਲ ਜਾਂਦਾ ਹੈ ਕਿ ਇਹ ਸਰੀਰ ਵੀ ਪਰਮਾਤਮਾ ਦਾ ਹੀ ਦਿੱਤਾ ਹੋਇਆ ਹੈ। ਸਾਹਿਬ ਦ੍ਰਿੜ ਕਰਾਉਂਦੇ ਹਨ, ਦੇਹ ਤੇਜਣ ਜੀ ਰਾਮ ਉਪਾਇਆ ਰਾਮ। ਤੇਜਨ ਕਦੇ ਘੋੜੀ ਨੂੰ ਕਿ ਇਹ ਸਰੀਰ ਜੋ ਹੈ ਘੋੜੀ ਰੂਪ ਵਿੱਚ ਉਸ ਪਰਮਾਤਮਾ ਨੂੰ ਹੀ ਮਿਲਣ ਲਈ ਇੱਕ ਸਾਧਨ ਮਾਤਰ ਹੈ। ਦੇਹ ਤੇਜਣ ਜੀ ਰਾਮ ਉਪਾਇਆ ਰਾਮ, ਧਨ ਮਾਨਸ ਜਨਮ ਪੁਨ ਪਾਈਆ ਰਾਮ। ਸੋ ਇਹ ਜੋ ਸਰੀਰ ਮਿਲਿਆ ਹੈ, ਜਿਸ ਨੂੰ ਗੁਰੂ ਸਾਹਿਬ ਨੇ ਸਾਵਨ ਅਤੇ ਭਾਦੋ ਵਰਗੇ ਵਰਖਾ ਰਿਤੂ ਨਾਲ ਤੁਲਨਾ ਕੀਤੀ ਹੈ ਕਿ ਇਹ ਨਾਮ ਜਪਣ ਲਈ ਹੀ ਮਿਲਿਆ ਹੈ। ਪਰ ਜੋ ਲੋਕ ਗੁਰੂ ਦੀ ਇਸ ਦਾਤ ਨੂੰ ਨਹੀਂ ਸਮਝਦੇ, ਗੁਰੂ ਸਾਹਿਬ ਉਹਨਾਂ ਨੂੰ ਇਹ ਵੀ ਸ਼ੀਸ਼ਾ ਦਿਖਾ ਰਹੇ ਹਨ ਕਿ ਜਿਤ ਦਿਨ ਦੇਹ ਬਿਨਸੀ, ਤਿਤ ਵੇਲੇ ਕਹਿਸਨ ਪ੍ਰੇਤ। ਗੁਜ਼ਰ ਗਿਆ ਇਹ ਸਰੀਰ ਜਿੱਦਣ ਤੈਨੂੰ ਛੱਡ ਗਿਆ, ਉਦੋਂ ਤੈਨੂੰ ਕਿਸੇ ਨੇ ਨਹੀਂ ਅਪਣਾਉਣਾ, ਕਿਸੇ ਨੇ ਆਪਣੇ ਕੋਲ ਨਹੀਂ ਰੱਖਣਾ, ਕਿਸੇ ਨੇ ਨਹੀਂ ਕਹਿਣਾ ਇਹ ਮੇਰਾ ਹੈ। ਆਮ ਤੌਰ 'ਤੇ ਕਿਸੇ ਪ੍ਰਾਣੀ ਦੀ ਮੌਤ ਹੋ ਜਾਣ 'ਤੇ ਆਪਾਂ ਵੇਖਦੇ ਹਾਂ ਉਸ ਦੇ ਰਿਸ਼ਤੇਦਾਰ ਸੱਜਣ ਮਿੱਤਰ ਹੌਲੀ ਕੰਨਾਂ ਵਿੱਚ ਗੱਲਾਂ ਕਰਦੇ ਵੇਖੇ ਜਾ ਸਕਦੇ ਹਨ। ਔਰ ਆਮ ਤੌਰ 'ਤੇ ਆਪਾਂ ਵੇਖਦੇ ਵੀ ਹਾਂ, ਗੱਲਾਂ ਕੀ ਕਰਦੇ ਹੈ ਕਿ ਪ੍ਰਾਣੀ ਚੰਗਾ ਸੀ ਜਾਂ ਪ੍ਰਾਣੀ ਮਾੜਾ ਸੀ। ਇਸ ਅਵਸਥਾ ਦਾ ਉਦਾਹਰਣ ਇਹ ਜੋ ਮਾਹੌਲ ਉੱਥੇ ਦੇਖਦੇ ਹਾਂ ਆਪਾਂ, ਉਸ ਨੂੰ ਅੱਖਾਂ ਸਾਹਮਣੇ ਲਿਆ ਕਰਕੇ ਗੁਰੂ ਸਾਹਿਬ ਉਹਦਾ ਉਦਾਹਰਣ ਲੈ ਕਰਕੇ ਸਾਨੂੰ ਸੰਦੇਸ਼ ਦੇ ਰਹੇ ਹਨ ਕਿ ਦੁਹਾਗਣ ਭਾਵ ਜੋ ਪ੍ਰਭੂ ਪ੍ਰਤੀ ਨੂੰ ਛੱਡ ਕਰਕੇ ਕਿਸੇ ਹੋਰ ਪ੍ਰਤੀ ਆਪਣਾ ਪ੍ਰੇਮ ਰੱਖਦੀ ਹੈ,
ਦੂਜੀ ਜਗ੍ਹਾ ਆਸਥਾ ਰੱਖਣ ਵਾਲੀ ਇਸਤਰੀ ਨਾ ਤਾਂ ਜੀਵਨ ਵਿੱਚ ਸ਼ੋਭਾ ਪਾਉਂਦੀ ਹੈ ਅਤੇ ਨਾ ਹੀ ਮਰਨ ਲੱਗਿਆ ਉਸ ਨੂੰ ਕੋਈ ਸਲਾਹੁੰਦਾ ਹੈ, ਸਗੋਂ ਪ੍ਰੇਤ ਕਰਕੇ ਦੂਰ ਹੀ ਰਹਿੰਦੇ ਹਨ। ਗੁਰੂ ਸਾਹਿਬ ਪ੍ਰਭੂ ਨਾਲ ਟੁੱਟੇ ਹੋਏ ਦੀ ਅਤ ਦੁਰਗਤੀ ਦੀ ਝਾਤ ਦਿਖਾ ਕਰਕੇ ਪ੍ਰਾਣੀ ਨੂੰ ਕੇਵਲ ਪ੍ਰਭੂ ਦੀ ਸ਼ਰਨ ਵਿੱਚ ਰਹਿਣ ਦੀ ਪ੍ਰੇਰਨਾ ਦੇ ਰਹੇ ਹਨ। ਇਹ ਗੱਲ ਠੀਕ ਹੈ ਕਿ ਮੌਤ ਵੇਲੇ ਪ੍ਰਾਣੀ ਦੀ ਅੰਦਰ ਦੀ ਆਤਮਾ ਦਾ ਭੇਤ ਨਹੀਂ ਮਿਲਦਾ। ਇਹ ਨਹੀਂ ਪਤਾ ਕਿ ਕਥਿਤ ਧਰਮਰਾਏ ਦੇ ਦੂਤ ਸੁਖ ਰਾਸਤੇ ਲੈ ਕੇ ਗਏ ਹਨ ਜਾਂ ਜਮ ਜੋ ਸਜ਼ਾ ਦੇਣ ਵਾਲਾ ਅਮਲਾ ਉਹ ਲੈ ਕੇ ਗਿਆ ਹੈ, ਅਤੇ ਇਸ ਮੌਕੇ ਸਾਰੇ ਹੀ ਨਿਕਟ ਸੰਬੰਧੀ ਜਿਨ੍ਹਾਂ ਵਾਸਤੇ ਪ੍ਰਭੂ ਨੂੰ ਛੱਡ ਕੇ ਜੀਵਨ ਵਿਅਰਥ ਉਦੇਸ਼ਾਂ ਵਿੱਚ ਲਾਇਆ ਹੋਇਆ ਸੀ ਉਹ ਵੀ ਸਾਥ ਛੱਡ ਜਾਂਦੇ ਹਨ। ਅਗਲੇ ਬੰਦ ਵਿੱਚ ਗੁਰੂ ਸਾਹਿਬ ਐਸੇ ਪ੍ਰਾਣੀ ਦੀ ਜਿਸ ਨੇ ਹਮੇਸ਼ਾ ਕੁਕਰਮ ਕੀਤੇ ਹਨ, ਵਿਵਰਜਿਤ ਕਰਮ ਕੀਤੇ ਹਨ, ਔਰ ਜਦੋਂ ਵਿਵਰਜਿਤ ਕਰਮਾਂ ਦਾ ਫਲ ਉਹ ਸਾਹਮਣੇ ਵੇਖਦਾ ਹੈ ਉਸ ਦੇ ਹਾਲਾਤ ਕੀ ਹੁੰਦੇ ਹਨ। ਹੱਥ ਮਰੋੜਾ ਤਨ ਕਪੇ ਸਿਆਹੋ ਹੋਆ ਸੇਤ, ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ। ਗੁਰੂ ਸਾਹਿਬ ਸੰਦੇਸ਼ ਦੇ ਰਹੇ ਹਨ ਕਿ ਹੇ ਪ੍ਰਾਣੀ, ਤੂੰ ਪ੍ਰਭੂ ਤੋਂ ਇਲਾਵਾ ਹੋਰ ਅਤੇ ਵਿਵਰਜਿਤ ਕੰਮਾਂ ਵਿੱਚ ਹੀ ਲੱਗਾ ਹੋਇਆ ਹੈ। ਤੇਰਾ ਕੀਤਾ ਤੈਨੂੰ ਭੁਗਤਣਾ ਪੈਣਾ ਹੈ, ਅਤੇ ਫਿਰ ਮਾੜੇ ਕੰਮ ਦਾ ਨਤੀਜਾ ਪਰਿਣਾਮ ਰਿਜ਼ਲਟ ਦੇਖ ਕੇ ਤੇਰੇ ਹੱਥ ਪੈਰ ਮੁੜ ਕੇ ਜਾਣਗੇ, ਭਾਵ ਮਰੋੜੇ ਜਾਣਗੇ। ਇਹ ਤੇਰੀ ਅਵਸਥਾ ਹੋਏਗੀ। ਤੇਰਾ ਤਨ ਕੰਬੇਗਾ, ਰੰਗ ਉੱਡ ਜਾਏਗਾ। ਜਿਹੜਾ ਹਮੇਸ਼ਾ ਮਾੜੇ ਕੰਮ ਕਰਨ ਵਿੱਚ ਲੱਗਿਆ ਰਹਿੰਦਾ ਹੈ। ਪਰ ਗੁਰੂ ਸਾਹਿਬ ਕਹਿੰਦੇ ਨੇ ਕਿ ਇਹ ਤਾਂ ਅਟਲ ਨਿਯਮ ਹੈ ਕਿ ਜੋ ਤੂੰ ਬੀਜਿਆ ਹੈ ਵੱਢਣਾ ਤਾਂ ਉਹੀ ਕੁਝ ਪੈਣਾ ਹੈ, ਭਾਵ ਮਾੜੇ ਕੰਮਾਂ ਦਾ ਨਤੀਜਾ ਤਾਂ ਮਾੜਾ ਤੈਨੂੰ ਭੁਗਤਣਾ ਹੀ ਪੈਣਾ ਹੈ। ਸੋ ਗੁਰੂ ਸਾਹਿਬ ਇਹ ਆਮ ਪ੍ਰਾਣੀ ਦੇ ਮਰਨ ਵੇਲੇ ਦੀ ਅਵਸਥਾ ਦਾ ਭੈ ਦਿਖਾ ਕੇ ਪ੍ਰਾਣੀ ਨੂੰ ਸਦ ਕਰਮ ਅਤੇ ਭਗਤੀ ਲਈ ਪ੍ਰੇਰਿਤ ਕਰ ਰਹੇ ਹਨ। ਗੁਰੂ ਸਾਹਿਬ ਪ੍ਰਾਣੀ ਨੂੰ ਉਸ ਅਕਾਲ ਪੁਰਖ ਦੀ ਸਿੱਖਿਆ ਧਾਰਨ ਕਰਨ ਲਈ ਅਤੇ ਉਹਦੇ ਦੱਸੇ ਹੋਏ ਰਾਹਾਂ 'ਤੇ ਚੱਲਣ ਲਈ ਇਹ ਗੱਲ ਸਮਝਾ ਰਹੇ ਹਨ ਕਿ ਜੇ ਜ਼ਿੰਦਗੀ ਵਿੱਚ ਮਾੜੇ ਕੰਮ ਕਰੇਗਾ ਤੇ ਭੁਗਤਣੇ ਵੀ ਪੈਣਗੇ। ਸੋ ਅੱਜ ਦਾ ਸਮਾਂ, ਭਾਵ ਵਰਤਮਾਨ ਸਮਾਂ ਜੋ ਪ੍ਰਾਣੀ ਦੇ ਹੱਥ ਵਿੱਚ ਹੈ, ਇਹ ਸਾਵਣ ਹੈ, ਇਹ ਵਰਖਾ ਰਿਤੂ ਹੈ, ਇਹ ਭਾਦੋ ਹੈ। ਇਸ ਵਿੱਚ ਚੰਗੇ ਕਰਮਾਂ ਦਾ ਬੀਜ ਪਾ। ਕਿੰਨੀ ਸੋਹਣੀ ਗੁਰੂ ਸਾਹਿਬ ਨੇ ਨਾਮ ਜਪਣ ਦੇ ਵੇਲੇ ਨੂੰ, ਭਾਵ ਇਹ ਮਨੁੱਖਾ ਦੇਹੀ ਨੂੰ ਸਾਵਣ ਅਤੇ ਭਾਦੋ ਵਰਖਾ ਰਿਤੂ ਨਾਲ ਤੁਲਨਾ ਕੀਤੀ ਹੈ ਕਿ ਇਹ ਤੇਰਾ ਸਾਵਣ ਵਰਗਾ ਜ਼ਿੰਦਗੀ ਜਿਹੜੀ ਹੈ ਨਿਕਲਦੀ ਜਾ ਰਹੀ ਹੈ। ਇਹਦੇ ਵਿੱਚ ਤੂੰ ਚੰਗੇ ਕਰਮ ਕਰ। ਭਾਦੋਂ ਦੇ ਮਹੀਨੇ ਵਿੱਚ, ਭਾਵ ਜਿਵੇਂ ਜਿਵੇਂ ਇਹ ਟਾਈਮ ਲੰਘੇਗਾ, ਨਿਕਟ ਭਵਿੱਖ ਵਿੱਚ ਜਦੋਂ ਇਹ ਚੰਗਾ ਬੀਜ ਪੁੰਗਰੇਗਾ ਤਾਂ ਤੈਨੂੰ ਸੁੱਖ ਮਹਿਸੂਸ ਹੋਵੇਗਾ, ਤੂੰ ਸੁੱਖ ਮਹਿਸੂਸ ਕਰੇਗਾ। ਨਹੀਂ ਤਾਂ ਭਵਿੱਖ ਦੀ ਚਿੰਤਾ ਕਰਕੇ, ਕਿਉਂਕਿ ਸਾਰਾ ਸਾਲ ਇਸੇ ਖੇਤੀ 'ਤੇ ਹੀ ਡਿਪੈਂਡ ਹੁੰਦਾ ਹੈ, ਇਸੇ 'ਤੇ ਕਿਸਾਨ ਨਿਰਭਰ ਕਰਦਾ ਹੈ, ਇਸੇ 'ਤੇ ਹੀ ਸਾਰਾ ਘਰ ਦੇ ਜੋ ਸ਼ਗਨਾਂ ਦੇ ਕੰਮ ਨੇ, ਚੰਗੇ ਕੰਮ ਨੇ, ਇਸੇ ਤੋਂ ਜੋ ਧਨ ਪ੍ਰਾਪਤ ਹੋਣਾ ਹੈ ਉਸੇ ਤੋਂ ਹੀ ਆਸ ਬੱਝੀ ਹੁੰਦੀ ਹੈ। ਪਰ ਜਦੋਂ ਸਾਵਣ ਨਹੀਂ ਸੰਭਾਲਿਆ ਅਤੇ ਭਾਦੋਂ ਵਿੱਚ ਜੋ ਸਮਝ ਪਈ ਕਿ ਸਮਾਂ ਮੈਂ ਕੱਢ ਲਿਆ, ਤਾਂ ਕੀ ਕੋਲ ਰਹੇਗਾ? ਕੇਵਲ ਪਛਤਾਵਾ। ਫਿਰ ਝੁਰਨਾ ਰਹੇਗਾ, ਭਾਵ ਬੁਝਿਆ ਰਹੇਗਾ। ਹੱਥ ਮਰੋੜੇ ਤਨ ਕਪੇ ਸਿਆਹੋ ਹੋਆ ਸੇਤ। ਇਹ ਤੇਰੀ ਹਾਲਾਤ ਉਸ ਵੇਲੇ ਵੇਖਣ ਵੇਲੇ ਬਣੇਗੀ ਕਿ ਜਦੋਂ ਤੂੰ ਸਾਵਣ ਨਹੀਂ ਸੰਭਾਲਿਆ
ਔਰ ਅੱਗਾ ਵੇਖ ਵੇਖ ਕੇ ਇਸ ਤਰ੍ਹਾਂ ਚੁਰੇਂਗਾ। ਨਾਨਕ ਪ੍ਰਭ ਸ਼ਰਨਾਗਤੀ ਚਰਨ ਬੋਹਿਤ ਪ੍ਰਭ ਦੇਤ, ਸੇ ਭਾਦੋਏ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੇਤ। ਗੁਰੂ ਸਾਹਿਬ ਸੋਝੀ ਦੇ ਰਹੇ ਹਨ, ਜੋ ਪ੍ਰਭੂ ਦੀ ਸ਼ਰਨ ਵਿੱਚ ਆ ਕਰਕੇ, ਭਾਵ ਪ੍ਰਭੂ ਦੀ ਸਿੱਖਿਆ 'ਤੇ ਚੱਲ ਕੇ ਸਦ ਕਰਮ ਵਿੱਚ ਲੱਗੇ ਹੋਏ ਹਨ, ਉਹਨਾਂ ਦਾ ਜੀਵਨ ਸੁਖਾਲਾ ਹੈ। ਪ੍ਰਭੂ ਦੀ ਸਿੱਖਿਆ ਐਸਾ ਜਹਾਜ਼ ਹੈ, ਚਰਨ ਬੋਹਿਤ ਪ੍ਰਭ ਦੇਤ। ਪਰਮਾਤਮਾ ਉਹਨੂੰ ਐਸਾ ਜਹਾਜ਼ ਦਿੰਦਾ ਹੈ, ਚਰਨ ਸਿੱਖਿਆ, ਆਪਣੇ ਸਿੱਖਿਆ ਉਸ ਨੂੰ ਬਖਸ਼ਦਾ ਹੈ, ਐਸਾ ਜਹਾਜ਼ ਬਖਸ਼ਦਾ ਹੈ। ਸੋ ਐਸਾ ਜਹਾਜ਼ ਹੈ ਜੋ ਸੰਕਟ ਦੇ ਦਰਿਆ ਵਿੱਚੋਂ ਪਾਰ ਲੰਘਾ ਦਿੰਦਾ ਹੈ। ਭਾਵ ਕਥਿਤ ਧਰਮ ਰਾਏ ਦਾ ਸਜ਼ਾ ਦੇਣ ਵਾਲਾ ਅਮਲਾ ਜਮ ਉਸ ਨੂੰ ਕਸ਼ਟ ਨਹੀਂ ਦੇ ਸਕਦਾ, ਪਰ ਸ਼ਰਤ ਇਹ ਹੈ ਕਿ ਪ੍ਰਭੂ ਦੀ ਸਿੱਖਿਆ ਦਾ ਧਾਰਨੀ ਹੋ, ਗੁਰਬਾਣੀ ਅਨੁਸਾਰ ਜੀਵਨ ਨਿਰਵਾਹ ਕਰ, ਫਿਰ ਪ੍ਰਭੂ ਦਾ ਜਹਾਜ਼ ਤੈਨੂੰ ਮਿਲੇਗਾ। ਪ੍ਰਭੂ ਦੀ ਸ਼ਰਨ ਆਇਆਂ ਨੂੰ ਗੁਰੂ ਆਪ ਰੱਖਣ ਵਾਲਾ ਹੈ। ਗੁਰੂ ਸਾਹਿਬ ਸੰਦੇਸ਼ ਦਿੰਦੇ ਹਨ ਕਿ ਪ੍ਰਭੂ ਦੀ ਸ਼ਰਨ ਵਿੱਚ ਰਹਿ, ਭਾਵ ਸਿੱਖਿਆ 'ਤੇ ਚੱਲ, ਜਿਸ ਨਾਲ ਤੇਰੇ 'ਤੇ ਗੁਰੂ ਦੀ ਕਿਰਪਾ ਹੋਵੇਗੀ। ਐਸੀ ਸਿੱਖਿਆ ਵਿੱਚ ਚੱਲਣ ਵਾਲੇ ਫਿਰ ਔਖਾ ਸਮਾਂ ਨਹੀਂ ਦੇਖਦੇ, ਉਹਨਾਂ ਨੂੰ ਗੁਰੂ ਆਪ ਰੱਖਦਾ ਹੈ। ਸੇ ਭਾਦੋਏ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਏਤ। ਗੁਰੂ ਆਪ ਹੀ ਸਾਰਾ ਕੁਝ ਸੰਭਾਲਣ ਵਾਲਾ ਹੈ। ਸ਼ਰਤ ਇਹ ਕਿ ਗੁਰੂ ਦੇ ਦੱਸੇ ਰਾਹ 'ਤੇ ਚਲੀਏ। ਕਿ ਮਾਤਾ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।